12ਵੀਂ ਜਮਾਤ ਦੇ ਪਿਆਰੇ ਵਿਦਿਆਰਥੀਓ, ਤੁਹਾਡਾ ਇਸ ਆਨਲਾਈਨ ਕਲਾਸ ਵਿੱਚ ਸਵਾਗਤ ਹੈ। ਅੱਜ ਬੇਟਾ ਆਪਾਂ ਅਖੌਤਾਂ ਬਾਰੇ ਜਾਣਾਂਗੇ। ਅਖੌਤਾਂ ਦਾ ਸਾਡੇ ਜੀਵਨ ਵਿੱਚ ਬੜਾ ਮਹੱਤਵਪੂਰਨ ਰੋਲ ਹੁੰਦਾ। ਅਖੌਤਾਂ ਨੂੰ ਅਖਾਣਾਂ ਜਾਂ ਕਹਾਵਤਾਂ ਵੀ ਕਿਹਾ ਜਾਂਦਾ ਹੈ। ਕਿਸੇ ਭਾਸ਼ਾ ਦੀਆਂ ਅਖੌਤਾਂ ਕਈ ਪੱਖਾਂ ਤੋਂ ਮਹੱਤਵਪੂਰਨ ਹੁੰਦੀਆਂ। ਇਹ ਉਸ ਭਾਸ਼ਾ ਦੀ ਸ਼ਕਤੀ ਹੁੰਦੀਆਂ। ਇਹਨਾਂ ਵਿੱਚ ਉਸ ਭਾਸ਼ਾ ਨੂੰ ਬੋਲਣ ਵਾਲੇ ਲੋਕਾਂ ਦਾ ਜੀਵਨ ਅਨੁਭਵ ਸਮਾਇਆ ਹੁੰਦਾ। ਅਖੌਤਾਂ ਲੋਕ ਸੂਝ ਜਾਂ ਲੋਕ ਸਮਝ ਦਾ ਭੰਡਾਰ ਵੀ ਹੁੰਦੀਆਂ। ਇਹਨਾਂ ਤੋਂ ਅਸੀਂ ਅਨੁਮਾਨ ਲਾ ਸਕਦੇ ਹੁੰਦੇ ਹਾਂ ਕਿ ਸਾਡੇ ਜਿਹੜੇ ਪੁਰਖੇ ਆ ਉਹ ਆਪਣੇ ਸਮਾਜਿਕ, ਆਰਥਿਕ, ਧਾਰਮਿਕ ਜੀਵਨ ਵਿੱਚ ਕਿਵੇਂ ਗੁਜ਼ਰੇ, ਕਿਵੇਂ ਉਹਨਾਂ ਨੇ ਆਪਣੇ ਜੀਵਨ ਵਿੱਚ ਵੱਖ-ਵੱਖ ਪੱਖਾਂ ਤੋਂ ਅਨੁਭਵ ਗ੍ਰਹਿਣ ਕੀਤਾ ਅਤੇ ਕਿਵੇਂ ਉਹਨਾਂ ਉਸ ਅਨੁਭਵ ਤੋਂ ਵੱਖ-ਵੱਖ ਤਰ੍ਹਾਂ ਦੀਆਂ ਅਖੌਤਾਂ ਜਿਹੜੀਆਂ ਘੜ ਲਈਆਂ। ਅਖੌਤਾਂ ਕਿਸੇ ਭਾਸ਼ਾ ਜਾਂ ਕਿਸੇ ਸੱਭਿਆਚਾਰ ਦਾ ਵਡਮੁੱਲਾ ਵਿਰਸਾ ਹੁੰਦੀਆਂ। ਇਹਨਾਂ ਤੋਂ ਸਾਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਲੱਗ ਜਾਂਦਾ ਹੈ ਕਿ ਉਸ ਭਾਸ਼ਾ ਨੂੰ ਬੋਲਣ ਵਾਲੇ ਲੋਕ ਆਪਣੇ ਸਮਾਜਿਕ, ਧਾਰਮਿਕ ਅਤੇ ਆਰਥਿਕ ਜੀਵਨ ਵਿੱਚ ਕਿਵੇਂ ਵਿਚਰੇ ਸਨ। ਅਖੌਤਾਂ ਨੂੰ ਬੋਲਣ ਵਾਲੇ ਮਨੁੱਖ ਆਮ ਤੌਰ 'ਤੇ ਇਹਨਾਂ ਨੂੰ ਆਪਣੀ ਬੋਲ ਚਾਲ ਵਿੱਚ ਸ਼ਾਮਲ ਕਰਦੇ ਆ। ਉਹ ਬੋਲਣ ਵਾਲਾ ਆਪਣੀ ਗੱਲ ਨੂੰ ਚੰਗੀ ਤਰ੍ਹਾਂ ਰੱਖਣ ਲਈ ਜਾਂ ਆਪਣੀ ਗੱਲ ਦੀ ਪੁਸ਼ਟੀ ਲਈ ਅਖੌਤ ਨੂੰ ਵਰਤਦਾ। ਸੋ ਇਸ ਤਰ੍ਹਾਂ ਅਖੌਤ ਨੂੰ ਵਰਤ ਕੇ ਉਹ ਆਪਣੀ ਗੱਲ ਨੂੰ ਵਜ਼ਨਦਾਰ ਬਣਾ ਲੈਂਦਾ। ਇਹਦਾ ਭਾਵ ਇਹ ਹੁੰਦਾ ਹੈ ਕਿ ਜੋ ਗੱਲ ਕੋਈ ਮਨੁੱਖ ਅਖੌਤ ਰਾਹੀਂ ਆਖਦਾ ਉਸ ਅਖੌਤ ਨੂੰ ਉਸੇ ਭਾਸ਼ਾ ਦੇ ਲੋਕਾਂ ਨੇ ਆਪਣੇ ਜੀਵਨ ਅਨੁਭਵ ਵਿੱਚੋਂ ਘੜ ਕੇ ਵੀ ਉਸ ਨੂੰ ਮਾਨਤਾ ਦਿੱਤੀ ਹੈ। ਅਖੌਤਾਂ ਵਿੱਚ ਲੈ ਸੰਜਮ ਸੰਖੇਪਤਾ ਹੁੰਦੀ ਹੈ। ਜੇਕਰ ਕਿਸੇ ਭਾਸ਼ਾ ਦੇ ਸੰਜਮ ਨੂੰ ਜਾਣਨਾ ਹੋਵੇ ਤਾਂ ਤੁਸੀਂ ਉਸ ਭਾਸ਼ਾ ਦੇ ਸੰਜਮ ਨੂੰ ਜਾਣਨ ਲਈ ਅਖੌਤਾਂ ਨੂੰ ਵੇਖ ਸਕਦੇ ਹੋ। ਆਪਾਂ ਪਿਛਲੇ ਇੱਕ ਲੈਕਚਰ ਵਿੱਚ ਜਿਸ ਵਿੱਚ ਲੇਖ ਆਪਣਾ ਸੰਖੇਪ ਰਚਨਾ ਬਾਰੇ ਗੱਲ ਕੀਤੀ ਸੀ, ਉਸ ਵਿੱਚ ਵੀ ਆਪਾਂ ਸੰਜਮ ਬਾਰੇ ਗੱਲ ਕੀਤੀ ਸੀ। ਉਸ ਵਿੱਚ ਇਹ ਵੀ ਜਾਣਿਆ ਸੀ ਕਿ ਜੇਕਰ ਤੁਸੀਂ ਸੰਖੇਪ ਰਚਨਾ ਵਿੱਚ ਅਖੌਤਾਂ ਨੂੰ ਵਰਤ ਸਕਦੇ ਹੋ ਤਾਂ ਇਸ ਨਾਲ ਤੁਹਾਡੀ ਗੱਲ ਵਿੱਚ ਵਜ਼ਨ ਆ ਜਾਂਦਾ। ਅਖੌਤਾਂ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਰਹਿੰਦੀਆਂ। ਅਖੌਤਾਂ ਵਰਤਣ ਨਾਲ ਸੁਣਨ ਵਾਲਿਆਂ ਦੇ ਮਨ ਉੱਤੇ ਡੂੰਘੀ ਜਿਹੜੀ ਇਹਦੀ ਛਾਪ ਰਹਿ ਜਾਂਦੀ ਹੈ। ਉਹ ਇਹ ਕਿਹਾ ਜਾ ਸਕਦਾ ਹੈ ਕਿ ਕਿਸੇ ਅਖੌਤ ਨੂੰ ਵਰਤਣ ਵਾਲਾ ਆਪਣੇ ਅਨੁਭਵ ਨੂੰ ਆਪਣੇ ਪੂਰਵਲੇ ਲੋਕਾਂ ਦੇ ਅਨੁਭਵ ਨਾਲ ਜੋੜ ਲੈਂਦਾ। ਉਸ ਅਨੁਭਵ ਦੀ ਸਾਰੀ ਸਮਰੱਥਾ ਉਸ ਵਿਅਕਤੀ ਦੇ ਬੋਲਾਂ ਵਿੱਚੋਂ ਪ੍ਰਗਟ ਹੁੰਦੀ ਹੈ। 12ਵੀਂ ਸ਼੍ਰੇਣੀ ਵਿੱਚ ਅਖੌਤਾਂ ਕਿਉਂ ਲਾਈਆਂ ਗਈਆਂ? ਇਹਦੇ ਕੁਝ ਕਾਰਨ ਨੇ। ਇੱਕ ਤਾਂ ਇਹ ਕਾਰਨ ਹੈ ਕਿ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਦੇ ਅਮੀਰ ਖਜ਼ਾਨੇ ਬਾਰੇ ਜਾਣਕਾਰੀ ਦਿੱਤੀ ਜਾਵੇ। ਦੂਜਾ ਕਾਰਨ ਇਹ ਹੈ ਕਿ ਉਹ ਵਿਦਿਆਰਥੀ ਅਖੌਤਾਂ ਨੂੰ ਜਾਣ ਕੇ ਇਸ ਨੂੰ ਆਪਣੀ ਗੱਲਬਾਤ ਵਿੱਚ ਲੋੜ ਅਨੁਸਾਰ ਵਰਤ ਸਕਣ। ਤੀਜਾ ਕਾਰਨ ਇਹ ਹੈ ਕਿ ਵਿਦਿਆਰਥੀਆਂ ਨੂੰ ਇਸ ਗੱਲ ਦਾ ਪਤਾ ਲੱਗੇ ਕਿ ਉਹਨਾਂ ਦੇ ਪੂਰਵਜ ਆਪਣੇ ਜੀਵਨ ਵਿੱਚ ਕਿਸ ਤਰ੍ਹਾਂ ਸੋਚਦੇ ਸੀ, ਉਹਨਾਂ ਦਾ ਜੀਵਨ ਅਨੁਭਵ ਕੀ ਸੀ। ਸੋ ਜਾਣੀ ਇਹਨਾਂ ਕਾਰਨਾਂ ਕਰਕੇ ਤੁਹਾਡੀ ਪਾਠ ਪੁਸਤਕ ਵਿੱਚ ਅਖੌਤਾਂ ਲਾਈਆਂ ਗਈਆਂ। ਅਖੌਤਾਂ ਦਾ ਜਨਮ ਕਿਵੇਂ ਹੋਇਆ, ਇਹ ਇੱਕ ਬੜਾ ਗੁੰਝਲਦਾਰ ਵਿਸ਼ਾ। ਜਿਵੇਂ ਦਰਿਆ ਦੇ ਵਹਿਣ ਵਿੱਚੋਂ ਰਿੜ ਕੇ ਘਸ ਕੇ ਪੱਥਰ ਬੜੇ ਮੁਲਾਇਮ ਅਤੇ ਪਿਆਰੀਆਂ ਸ਼ਕਲਾਂ ਧਾਰਨ ਕਰ ਲੈਂਦੇ ਆ, ਇਵੇਂ ਹੀ ਅਖੌਤਾਂ ਨੇ ਆਪਣਾ ਰੂਪ ਅਖਤਿਆਰ ਕੀਤਾ ਹੋਇਆ। ਹਰ ਭਾਸ਼ਾ ਵਿੱਚ ਅਖੌਤਾਂ ਦੀ ਭਰਮਾਰ ਹੁੰਦੀ ਆ। ਅਖੌਤਾਂ ਨੂੰ ਜ਼ਰੂਰ ਕਿਸੇ ਸਾਹਿਤਕ ਬੰਦੇ ਨੇ ਪਹਿਲੇ ਪੱਧਰ 'ਤੇ ਬਣਾਇਆ ਹੋਵੇਗਾ, ਪਰ ਉਸ ਦਾ ਇਹ ਕਥਨ ਲੰਮੇ ਸਮੇਂ ਤੱਕ ਲੋਕ ਪ੍ਰਵਾਨਗੀ ਲੈਣ ਪਿੱਛੋਂ ਅਖੌਤ ਅਖਵਾਉਣ ਜੋਗਾ ਹੁੰਦਾ ਹੈ।
ਲੋਕ ਗੀਤ ਵਾਂਗ ਅਖੌਤ ਦਾ ਮੂਲ ਰਚਨਹਾਰ ਗੁੰਮਨਾਮ ਰਹਿੰਦਾ। ਜਾਣੀ ਤੁਸੀਂ ਇਸ ਗੱਲ ਦਾ ਅੰਦਾਜ਼ਾ ਨਹੀਂ ਲਾ ਸਕਦੇ ਕਿ ਇਹ ਅਖੌਤ ਕਿਸ ਬੰਦੇ ਦੁਆਰਾ ਲਿਖੀ ਗਈ ਹੈ। ਇਸ ਲਈ ਅਖੌਤਾਂ ਲੋਕ ਸਾਹਿਤ ਦਾ ਹੀ ਇੱਕ ਰੂਪ ਹੈ। ਇਸ ਤਰ੍ਹਾਂ ਅਖੌਤਾਂ ਲੋਕ ਸਿਰਜਣ ਕਲਾ ਦਾ ਵੀ ਬੜਾ ਸੁੰਦਰ ਪ੍ਰਗਟਾਵਾ ਹੁੰਦੀਆਂ। ਅਖੌਤਾਂ ਬਾਰੇ ਬਹੁਤ ਸਾਰੇ ਵਿਦਵਾਨਾਂ ਨੇ ਖੋਜ ਕੀਤੀ ਆ। ਕਈ ਵਿਦਵਾਨਾਂ ਨੇ ਜਾਣਿਆ ਕਿ ਅਖੌਤਾਂ ਪੈਦਾ ਕਿਵੇਂ ਹੋਈਆਂ। ਆਪਾਂ ਇੱਥੇ ਇੱਕ ਦੋ ਅਖੌਤਾਂ ਬਾਰੇ ਜ਼ਿਕਰ ਕਰਦੇ ਹਾਂ ਕਿ ਕੋਈ ਅਖੌਤ ਕਿਵੇਂ ਪੈਦਾ ਹੁੰਦੀ ਆ। ਪੰਜਾਬੀ ਦੀ ਇੱਕ ਅਖੌਤ ਹੈ, ਸਿੰਘ ਬਘੇਲੇ ਸ਼ਾਹ ਜੀ, ਪੋ ਨਾ ਪਾਲਾ ਮਾਘ ਨਾ ਪਾਲਾ, ਪਾਲਾ ਮੀਂਹ ਤੇ ਵਾਹ ਜੀ। ਸੋ ਇਹ ਇੱਕ ਅਖੌਤ ਹੈ ਬੇਟਾ। ਸੋ ਕਹਿੰਦੇ ਵੀ ਜੰਗਲ ਦੇ ਵਿੱਚ ਸ਼ੇਰ ਅਤੇ ਬਘਿਆੜ ਦੀ ਲੜਾਈ ਹੋ ਗਈ। ਸ਼ੇਰ ਕਹਿੰਦਾ ਮੀਂਹ ਜਿਹੜਾ ਉਹ ਪਾਲਾ ਜਿਹੜਾ ਹੈ ਉਹ ਪੋਹ 'ਚ ਵੱਧ ਹੁੰਦਾ। ਬਘਿਆੜ ਕਹਿੰਦਾ ਪਾਲਾ ਮਾਘ 'ਚ ਜ਼ਿਆਦਾ ਹੁੰਦਾ। ਸੋ ਦੋਵਾਂ ਦੀ ਲੜਾਈ ਨੂੰ ਮਿਟਾਉਣ ਲਈ ਉਹਨਾਂ ਨੇ ਜਿਹੜਾ ਬਘਿਆੜ ਅਤੇ ਸ਼ੇਰ ਨੇ ਇੱਕ ਗਿੱਦੜ ਨੂੰ ਆਪਣੇ ਵਿਚਕਾਰ ਲੈ ਲਿਆ। ਉਹਨਾਂ ਨੇ ਕਿਹਾ ਵੀ ਸਾਡੀ ਸੁਲ੍ਹਾ ਕਰਵਾਈ ਜਾਵੇ, ਸਾਡੇ ਪੱਖ 'ਚ ਫੈਸਲਾ ਦਿੱਤਾ ਜਾਵੇ। ਸ਼ੇਰ ਨੇ ਕਿਹਾ ਵੀ ਮੈਂ ਇਹ ਗੱਲ ਕਹਿਣਾ ਵੀ ਪਾਲਾ ਜਿਹੜਾ ਉਹ ਪੋਹ 'ਚ ਜ਼ਿਆਦਾ ਹੁੰਦਾ। ਬਘਿਆੜ ਇਹ ਗੱਲ ਕਹਿੰਦਾ ਵੀ ਪਾਲਾ ਮਾਘ 'ਚ ਜ਼ਿਆਦਾ ਹੁੰਦਾ। ਸੋ ਗਿੱਦੜ ਨੂੰ ਕਿਹਾ ਗਿਆ ਕਿ ਤੂੰ ਦੱਸ ਪਾਲਾ ਕਿਹੜੇ ਮਹੀਨੇ 'ਚ ਜ਼ਿਆਦਾ ਹੁੰਦਾ। ਗਿੱਦੜ ਨੇ ਉਹਨਾਂ ਤੋਂ ਮੋਹਲਤ ਲਈ ਕਿ ਮੈਨੂੰ ਇੱਕ ਦਿਨ ਦਾ ਵਕਤ ਦਿੱਤਾ ਜਾਵੇ। ਉਸ ਨੂੰ ਇੱਕ ਦਿਨ ਦਾ ਵਕਤ ਦੇ ਦਿੱਤਾ ਗਿਆ। ਹੁਣ ਗੱਲ ਇਹ ਸੀ ਬੇਟਾ ਕਿ ਜਿਹੜਾ ਗਿੱਦੜ ਹੈ, ਜੇ ਉਹ ਸ਼ੇਰ ਦੇ ਪੱਖ 'ਚ ਫੈਸਲਾ ਦਿੰਦਾ ਤਾਂ ਉਹਨੂੰ ਬਘਿਆੜ ਖਾ ਜਾਏਗਾ। ਜੇ ਉਹ ਬਘਿਆੜ ਦੇ ਪੱਖ 'ਚ ਫੈਸਲਾ ਦੇਵੇਗਾ ਤਾਂ ਉਹਨੂੰ ਸ਼ੇਰ ਮਾਰ ਦੇਵੇਗਾ। ਸੋ ਇਸ ਲਈ ਇੱਕ ਦਿਨ ਦੀ ਮੋਹਲਤ ਲੈ ਕੇ ਉਸਨੇ ਸੋਚ ਵਿਚਾਰ ਤੋਂ ਪਿੱਛੋਂ ਅਗਲੇ ਦਿਨ ਆਪਣੀ ਰਾਏ ਦਿੱਤੀ। ਉਹਨੇ ਕੀ ਰਾਏ ਦਿੱਤੀ? ਸਿੰਘ ਬਘੇਲੇ ਸ਼ਾਹ ਦੀ। ਸਿੰਘ ਸ਼ੇਰ ਹੁੰਦਾ, ਬਘੇਲਾ ਬਘਿਆੜ। ਸਿੰਘ ਬਘੇਲੇ ਸ਼ਾਹ ਜੀ, ਪੋ ਨਾ ਪਾਲਾ ਮਾਘ ਨਾ ਪਾਲਾ, ਪਾਲਾ ਮੀਂਹ ਤੇ ਵਾਹ ਜੀ। ਉਹਨੇ ਕਿਹਾ, ਕਹਿੰਦਾ ਵੀ ਗੱਲ ਇਹ ਹੈ ਵੀ ਪਾਲਾ ਨਾ ਤਾਂ ਪੋਹ 'ਚ ਜ਼ਿਆਦਾ ਹੁੰਦਾ, ਨਾ ਮਾਘ 'ਚ ਜ਼ਿਆਦਾ ਹੁੰਦਾ। ਪਾਲਾ ਉਦੋਂ ਜ਼ਿਆਦਾ ਹੀ ਹੁੰਦਾ ਜਦੋਂ ਮੀਂਹ ਪੈ ਕੇ ਤੇਜ਼ ਹਵਾ ਚੱਲ ਪਏ। ਸੋ ਜਾਣੀ ਇਹ ਗੱਲ ਕਹਿ ਕੇ ਉਹ ਦੋਵਾਂ ਤੋਂ ਬਚ ਗਿਆ। ਸੋ ਜਾਣੀ ਇਸ ਤਰ੍ਹਾਂ ਇਹ ਜਿਹੜੀਆਂ ਅਖੌਤਾਂ ਨੇ ਬੇਟਾ, ਉਹਨਾਂ ਦਾ ਇੱਕ ਜਨਮ ਲੈਣ ਦਾ ਕਾਰਨ ਵੀ ਹੈ। ਜਿਵੇਂ ਇੱਕ ਅਖੌਤ ਜ਼ਿਆਦਾਤਰ ਪੰਜਾਬੀ ਲੋਕ ਵਰਤਦੇ ਆ ਕਿ ਨਾ ਇਹ 3 'ਚ ਨਾ 13 'ਚ। ਹੁਣ ਇਹ ਅਖੌਤ ਕਿਉਂ ਵਰਤੀ ਜਾਂਦੀ ਹੈ? ਇਸ ਦਾ ਕਾਰਨ ਇਹ ਹੈ ਕਿ ਜਿਹੜਾ ਬੰਦਾ ਨਾ ਪੜ੍ਹਾਈ 'ਚ ਕੋਈ ਕਾਰਗੁਜ਼ਾਰੀ ਦਿਖਾਉਂਦਾ, ਨਾ ਖੇਡਾਂ 'ਚ, ਉਹਦੇ ਲਈ ਵਰਤਿਆ ਜਾਂਦਾ। ਕਿਵੇਂ ਕਿ ਨਾ ਕੋਈ ਵਿਅਕਤੀ 3 'ਚ ਹੈ ਨਾ 13 'ਚ। 3 ਬੇਟਾ ਇਹ ਹੁੰਦਾ ਕਿ ਪੜ੍ਹਾਈ ਦੀਆਂ 3 ਦਰਜੇ ਹੁੰਦੇ ਆ, 3 ਡਿਗਰੀਆਂ, ਕਿ ਤੁਸੀਂ ਪਹਿਲਾ ਦਰਜੇ 'ਚ ਪਾਸ ਕੀਤੀ ਹੈ, ਕੋਈ ਕਲਾਸ ਦੂਜੇ 'ਚ ਕੀਤੀ ਹੈ ਜਾਂ ਤੀਜੇ 'ਚ, ਚੌਥਾ ਕੋਈ ਦਰਜਾ ਨਹੀਂ ਹੁੰਦਾ। ਫਿਰ ਕਿ ਹਰੇਕ ਖੇਡ ਜਿਹੜੀ ਪਹਿਲਾਂ ਪੁਰਾਣੀਆਂ ਖੇਡਾਂ ਸੀ ਉਹਦੇ 'ਚ ਖੇਡਣ ਲਈ 12 13 ਜਾਂ 11 ਖਿਡਾਰੀ ਹੁੰਦੇ ਸੀ। ਸੋ ਯਾਨੀ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਜਿਹੜਾ ਬੰਦਾ ਜਾਂ ਜਿਹੜਾ ਵਿਦਿਆਰਥੀ ਨਾ ਤਾਂ ਪੜ੍ਹਾਈ ਵਾਲੇ ਪਾਸੇ ਆ, ਨਾ ਉਹਦਾ ਦੂਜਾ ਦਰਜਾ, ਨਾ ਪਹਿਲਾ ਨਾ ਤੀਜਾ ਆਉਂਦਾ, ਨਾ ਹੀ ਉਹ ਕਿਸੇ ਖੇਡਾਂ 'ਚ ਨਿੱਤਰਦਾ, ਉਸ ਲਈ ਵਰਤਿਆ ਜਾਂਦਾ ਵੀ ਨਾ ਇਹ 3 'ਚ ਆ ਨਾ ਇਹ 13 'ਚ। ਸੋ ਜਾਣੀ ਇਹਨਾਂ ਦਾ ਬੇਟਾ ਇੱਕ ਕਾਰਨ ਹੈ ਕਿ ਅਖੌਤਾਂ ਕਿਉਂ ਪੈਦਾ ਹੁੰਦੀਆਂ। ਇਹ ਕੁਝ ਵਿਦਵਾਨਾਂ ਨੇ ਖੋਜ ਕਰਕੇ ਦੱਸਿਆ, ਲੇਕਿਨ ਸਾਰੀਆਂ ਅਖੌਤਾਂ ਬਾਰੇ ਇਹ ਗੱਲ ਜਾਣਨੀ ਬੜੀ ਔਖੀ ਹੈ ਕਿ ਉਹ ਕਿਵੇਂ ਪੈਦਾ ਹੋਈਆਂ। ਆਪਾਂ ਬੇਟਾ ਇੱਥੇ ਕੁਝ ਅਖੌਤਾਂ ਬਾਰੇ ਜ਼ਿਕਰ ਕਰਾਂਗੇ ਜਿਹੜੀਆਂ ਤੁਹਾਨੂੰ ਤੁਹਾਡੀ ਪਾਠ ਪੁਸਤਕ ਵਿੱਚ ਲਾਈਆਂ ਗਈਆਂ। ਉਹ ਤੁਹਾਡਾ ਲੈਵਲ ਵੇਖ ਕੇ ਲਾਈਆਂ ਗਈਆਂ, ਤੁਹਾਨੂੰ ਉਹਨਾਂ ਦੀ ਜ਼ਰੂਰਤ ਹੈ ਅਤੇ ਤੁਸੀਂ ਉਹਦੇ ਤੋਂ ਇੱਕ ਅਨੁਭਵ ਗ੍ਰਹਿਣ ਕਰ ਸਕਦੇ ਹੋ। ਆਓ ਬੇਟਾ ਆਪਾਂ ਸ਼ੁਰੂ ਕਰਦੇ ਹਾਂ। ਪਹਿਲੀ ਅਖੌਤ ਹੈ, ਉੱਠੇ ਤਾਂ ਉੱਠ ਨਹੀਂ ਰੇਤੇ ਦੀ ਮੁੱਠ। ਇਹ ਕਦੋਂ ਵਰਤੀ ਜਾਂਦੀ ਹੈ? ਜਿਹੜਾ ਬੰਦਾ ਕੰਮ ਨਹੀਂ ਕਰਦਾ, ਮਤਲਬ ਜਿਹੜਾ ਬੰਦਾ ਬੇਕਾਰ ਹੁੰਦਾ, ਕੰਮ ਕਰਨ 'ਚ ਜਿਸ ਦੀ ਰੁਚੀ ਨਹੀਂ ਹੁੰਦੀ। ਇਹਨੂੰ ਵਰਤਿਆ ਕਿਵੇਂ ਜਾ ਸਕਦਾ ਬੇਟਾ? ਮਨਵੀਰ ਤੂੰ ਦੁਪਹਿਰ ਤੱਕ ਸੁੱਤਾ ਹੀ ਨਾ ਰਿਹਾ ਕਰ, ਜਦੋਂ ਤੱਕ ਤੈਨੂੰ ਨੌਕਰੀ ਨਹੀਂ ਮਿਲਦੀ ਉਦੋਂ ਤੱਕ ਤੂੰ ਆਪਣੇ ਬਾਪੂ ਜੀ ਦਾ ਖੇਤੀਬਾੜੀ ਦੇ ਕੰਮ ਵਿੱਚ ਹੱਥ ਵਟਾਇਆ ਕਰ।
ਵੇਲ ਅਤੇ ਆਲਸ ਤਾਂ ਬੰਦੇ ਨੂੰ ਨਿਕੰਮਾ ਕਰ ਦਿੰਦੀ ਹੈ। ਸਿਆਣਿਆਂ ਨੇ ਠੀਕ ਹੀ ਕਿਹਾ, ਉੱਠੇ ਤਾਂ ਉੱਠ, ਨਹੀਂ ਤਾਂ ਰੇਤੇ ਦੀ ਮੁੱਠ। ਮਨਵੀਰ ਦੇ ਮਾਤਾ ਜੀ ਨੇ ਉਸ ਨੂੰ ਸਮਝਾਉਂਦਿਆਂ ਕਿਹਾ। ਅਗਲੀ ਅਖੌਤ ਹੈ, ਅਸ਼ਰਫੀਆਂ ਦੀ ਲੁੱਟ ਤੇ ਕੋਲਿਆਂ ਤੇ ਮੋਹਰਾਂ। ਜਦੋਂ ਕੀਮਤੀ ਚੀਜ਼ਾਂ ਵੱਲ ਬੇਪਰਵਾਹੀ ਵਰਤੀ ਜਾਵੇ ਜਾਂ ਜਦੋਂ ਅਸੀਂ ਕੀਮਤੀ ਚੀਜ਼ਾਂ ਦੀ ਪਰਵਾਹ ਨਾ ਕਰੀਏ ਪਰ ਨਿਗੁਣੀਆਂ ਚੀਜ਼ਾਂ ਨੂੰ ਸਾਂਭ ਕੇ ਰੱਖੀਏ, ਉਦੋਂ ਇਹ ਅਖੌਤ ਵਰਤੀ ਜਾਂਦੀ ਹੈ। ਇਹਨੂੰ ਕਿਵੇਂ ਵਰਤਿਆ ਜਾ ਸਕਦਾ ਬੇਟਾ? ਸ਼ਰਨਜੀਤ ਨਕਲੀ ਗਹਿਣਿਆਂ ਨੂੰ ਡੱਬਿਆਂ ਵਿੱਚ ਸਾਂਭ ਰੱਖਦੀ ਹੈ। ਇੱਕ ਦਿਨ ਉਹ ਆਪਣੇ ਸੋਨੇ ਦੀ ਅੰਗੂਠੀ ਗੁਸਲਖਾਨੇ ਵਿੱਚ ਰੱਖ ਕੇ ਭੁੱਲ ਗਈ। ਇਹ ਵੇਖ ਕੇ ਉਹਦੀ ਮਾਂ ਨੇ ਕਿਹਾ, ਨਕਲੀ ਗਹਿਣੇ ਤਾਂ ਬੜੇ ਸਾਂਭ ਰੱਖਦੀ ਏ, ਸੋਨੇ ਦੀ ਅੰਗੂਠੀ ਇੱਥੇ ਰੱਖੀ ਪਈ ਹੈ। ਤੇਰਾ ਤਾਂ ਉਹ ਹਾਲ ਹੈ, ਆਖੇ ਸ਼ਰਫੀਆਂ ਦੀ ਲੁੱਟ ਤੇ ਕੋਲਿਆਂ ਤੇ ਮੋਹਰਾਂ। ਤੀਜੀ ਅਖੌਤ ਹੈ, ਅੱਗੇ ਸੱਪ ਤੇ ਪਿੱਛੇ ਸਿੰਹ। ਇਹ ਅਖਾਣ ਉਦੋਂ ਵਰਤੀ ਜਾਂਦੀ ਹੈ ਜਦੋਂ ਆਦਮੀ ਮੁਸ਼ਕਲਾਂ ਜਾਂ ਡਰ ਕਾਰਨ ਨਾ ਅੱਗੇ ਜਾ ਸਕਦਾ ਨਾ ਪਿੱਛੇ ਮੁੜ ਸਕਦਾ, ਜਾਣੀ ਫਸ ਜਾਂਦਾ। ਅਜੀਤ ਸਿੰਘ ਆਪਣੀ ਜ਼ਮੀਨ ਗਹਿਣੇ ਰੱਖ ਕੇ ਵਿਦੇਸ਼ ਗਿਆ। ਉੱਥੇ ਪਹੁੰਚ ਕੇ ਪਤਾ ਲੱਗਿਆ ਕਿ ਏਜੰਟ ਨੇ ਉਹਦੇ ਨਾਲ ਧੋਖਾ ਕੀਤਾ ਅਤੇ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ ਭੇਜਿਆ। ਉਹ ਨਾ ਵਿਦੇਸ਼ ਵਿੱਚ ਰਹਿ ਕੇ ਆਜ਼ਾਦੀ ਨਾਲ ਕੋਈ ਕੰਮ ਕਰ ਸਕਦਾ ਸੀ, ਨਾ ਹੀ ਦੇਸ਼ ਵਾਪਸ ਆ ਸਕਦਾ ਸੀ। ਉਸ ਦੀ ਤਾਂ ਅੱਗੇ ਸੱਪ ਤੇ ਪਿੱਛੇ ਸੀ ਵਾਲੀ ਹਾਲਤ ਸੀ। ਅਗਲੀ ਅਖੌਤ ਹੈ ਬੇਟਾ, ਆਦਰ ਤੇਰੀ ਚਾਦਰ ਨੂੰ, ਬਹਿਣਾ ਤੇਰੇ ਗਹਿਣੇ ਨੂੰ। ਜਦੋਂ ਇਹ ਦੱਸਣਾ ਹੋਵੇ ਕਿ ਚੰਗੀ ਫੱਬਣੀ ਨੂੰ ਚੰਗਾ ਆਦਰ ਮਿਲਦਾ ਤਦ ਇਹ ਅਖਾਣ ਵਰਤਦੇ ਹਾਂ। ਜਦੋਂ ਦਾ ਹਰਜਿੰਦਰ ਸਿੰਘ ਪ੍ਰਧਾਨ ਬਣਿਆ, ਉਹਦੀ ਬੈਠਕ ਵਿੱਚ ਬੜੀ ਰੌਣਕ ਲੱਗੀ ਰਹਿੰਦੀ ਹੈ। ਸੁਰੇਸ਼ ਨੇ ਕਿਹਾ, ਲੋਕ ਹਰਜਿੰਦਰ ਕਰਕੇ ਥੋੜ੍ਹਾ ਜਾਂਦੇ ਆ, ਉਹ ਤਾਂ ਉਹਦੀ ਪ੍ਰਧਾਨਗੀ ਕਰਕੇ ਜਾਂਦੇ ਆ। ਸਿਆਣਿਆਂ ਨੇ ਠੀਕ ਹੀ ਕਿਹਾ ਕਿ ਆਦਰ ਤੇਰੀ ਚਾਦਰ ਨੂੰ, ਬਹਿਣਾ ਤੇਰੇ ਗਹਿਣੇ ਨੂੰ। ਰਾਜਵਿੰਦਰ ਨੇ ਉੱਤਰ ਦਿੱਤਾ। ਉਹ ਅਗਲੀ ਅਖੌਤ, ਆਪੇ ਫਾਥੜੀਏ ਤੈਨੂੰ ਕੌਣ ਛਡਾਏ। ਜਦੋਂ ਕੋਈ ਬੰਦਾ ਜਾਣ ਬੁੱਝ ਕੇ ਆਪਣੇ ਆਪ ਨੂੰ ਮੁਸੀਬਤ 'ਚ ਪਾ ਲਵੇ, ਉਦੋਂ ਇਹ ਅਖੌਤ ਵਰਤੀ ਜਾਂਦੀ ਆ। ਇਹਨੂੰ ਕਿਵੇਂ ਵਰਤ ਸਕਦੇ ਹਾਂ ਆਪਾਂ ਵਾਕਾਂ 'ਚ? ਮਨਜੋਤ ਨੇ ਆਪਣੀ ਮਰਜ਼ੀ ਨਾਲ ਮਾਪਿਆਂ ਤੋਂ ਬਾਗੀ ਹੋ ਕੇ ਅਦਾਲਤੀ ਵਿਆਹ ਕਰਵਾ ਲਿਆ, ਜਦ ਕਿ ਉਹਨੂੰ ਇਹ ਪਹਿਲਾਂ ਦੱਸਿਆ ਗਿਆ ਸੀ ਕਿ ਮੁੰਡਾ ਸ਼ਰਾਬੀ ਵੀ ਹੈ ਤੇ ਅੜਬ ਸੁਭਾਅ ਦਾ ਵੀ ਹੈ। ਹੁਣ ਨਿੱਤ ਦੇ ਕਲੇਸ਼ ਤੋਂ ਦੁਖੀ ਹੋ ਕੇ ਇੱਕ ਦਿਨ ਉਹ ਆਪਣੀ ਮਾਂ ਕੋਲ ਆ ਕੇ ਰੋਣ ਲੱਗ ਪਈ ਤਾਂ ਉਹਦੀ ਮਾਂ ਨੇ ਕਿਹਾ, ਇਸ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ, ਤੈਨੂੰ ਦੱਸਿਆ ਗਿਆ ਸੀ, ਅਸੀਂ ਹੁਣ ਇਸ ਪੱਖ ਵਿੱਚ ਤੇਰਾ ਕੋਈ ਸਾਥ ਨਹੀਂ ਦੇ ਸਕਦੇ। ਆਪੇ ਫਾਥੜੀਏ ਤੈਨੂੰ ਕੌਣ ਛਡਾਏ। ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ। ਅਗਲੀ ਅਖੌਤ ਹੈ, ਕੋਈ ਆਪਣੀ ਹੀ ਵਡਿਆਈ ਕਰੇ ਤਾਂ ਇਹ ਅਖਾਣ ਵਰਤੀ ਜਾਂਦੀ ਹੈ। ਰਾਮ ਸਾਰਾ ਦਿਨ ਆਪਣੇ ਕਾਰੋਬਾਰ ਅਤੇ ਆਪਣੀ ਔਲਾਦ ਦੀਆਂ ਸਿਫਤਾਂ ਕਰਦਾ ਰਹਿੰਦਾ। ਸੋ ਪਿੰਡ ਦੇ ਲੋਕ ਉਹਦੇ ਬਾਰੇ ਅਕਸਰ ਕਹਿੰਦੇ ਆ ਕਿ ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ। ਇਹ ਅਖੌਤ ਬੇਟਾ ਉਦੋਂ ਵਰਤੀ ਜਾਂਦੀ ਹੈ ਜਦੋਂ ਕੋਈ ਬੰਦਾ ਆਪਣੀ ਔਲਾਦ ਦੀਆਂ ਜਾਂ ਆਪਣੇ ਕਾਰੋਬਾਰ ਦੀਆਂ ਸਿਫਤਾਂ ਹੀ ਕਰਦਾ ਰਹਿੰਦਾ। ਅਗਲੀ ਅਖੌਤ ਹੈ, ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਆ। ਇਹ ਅਖਾਣ ਉਦੋਂ ਵਰਤੀ ਜਾਂਦੀ ਹੈ ਜਦੋਂ ਇਹ ਦੱਸਣਾ ਹੋਵੇ ਕਿ ਤੁਸੀਂ ਆਪਣਾ ਕੰਮ ਆਪ ਹੀ ਸਵਾਰ ਸਕਦੇ ਹੋ, ਤੁਹਾਡੇ ਤੋਂ ਵਧੀਆ ਤੁਹਾਡਾ ਕੰਮ ਹੋਰ ਕੋਈ ਨਹੀਂ ਕਰ ਸਕਦਾ। ਇਹਨੂੰ ਵਾਕਾਂ 'ਚ ਵਰਤਦੇ ਹਾਂ। ਜਸਮੀਤ ਦੀ ਸਹੇਲੀ ਨੇ ਉਸ ਨੂੰ ਭਰੋਸਾ ਦਿੱਤਾ ਸੀ ਕਿ ਭੌਤਿਕ ਵਿਗਿਆਨ ਦੇ ਪ੍ਰੈਕਟੀਕਲ ਲਈ ਉਹ ਉਹਨੂੰ ਮਾਡਲ ਬਣਾ ਕੇ ਦੇਵੇਗੀ, ਪਰ ਜਦੋਂ ਪ੍ਰੈਕਟੀਕਲ ਵਿੱਚ ਇੱਕ ਦਿਨ ਰਹਿ ਗਿਆ ਤਾਂ ਉਹਦੀ ਸਹੇਲੀ ਨੇ ਉਹਨੂੰ ਜਵਾਬ ਦੇ ਦਿੱਤਾ। ਜਸਮੀਤ ਘਬਰਾ ਗਈ। ਜਦੋਂ ਘਬਰਾਈ ਤਾਂ ਉਹਦੀ ਦਾਦੀ ਨੇ ਉਹਨੂੰ ਕਿਹਾ, ਅਜੇ ਵੀ ਵਕਤ ਹੈ, ਤੂੰ ਆਪਣਾ ਮਾਡਲ ਆਪ ਤਿਆਰ ਕਰ ਲੈ। ਆਪਣਾ ਕੰਮ ਕਦੇ ਵੀ ਦੂਜਿਆਂ ਦੇ ਸਹਾਰੇ ਨਹੀਂ ਛੱਡਣਾ ਚਾਹੀਦਾ। ਸਿਆਣਿਆਂ ਨੇ ਠੀਕ ਕਿਹਾ, ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਆ। ਅਗਲੀ ਅਖੌਤ ਹੈ, ਆਰੀ ਨੂੰ ਇੱਕ ਪਾਸੇ ਦੰਦੇ, ਜਹਾਨ ਨੂੰ ਦੋਨੇ ਪਾਸੇ ਦੰਦੇ। ਇਹਦਾ ਭਾਵ ਇਹ ਹੈ ਬੇਟਾ ਕਿ ਦੁਨੀਆ ਕਿਸੇ ਦਾ ਲਿਹਾਜ਼ ਨਹੀਂ ਕਰਦੀ। ਰਣਬੀਰ, ਮਾਤਾ ਜੀ ਮੈਂ ਸੋਚਦਾ ਕਿ ਆਪਾਂ ਭੈਣ ਦਾ ਵਿਆਹ ਪੈਲਸ ਵਿੱਚ ਕਰੀਏ, ਨਹੀਂ ਤਾਂ ਲੋਕ ਐਵੇਂ ਗੱਲਾਂ ਕਰਨਗੇ। ਫਿਰ ਉਹਦੀ ਮਾਤਾ ਜੀ ਅੱਗੋਂ ਕੀ ਕਹਿੰਦੀ ਆ, ਨਾ ਪੁੱਤਰ,
ਆਪਾਂ ਨੇ ਆਪਣੀ ਚਾਦਰ ਵੇਖਣੀ ਹੈ ਅਤੇ ਘਰ ਦੇ ਵਿਹੜੇ ਵਿੱਚ ਟੈਂਟ ਲਾ ਕੇ ਵਿਆਹ ਕਰਾਂਗੇ। ਲੋਕਾਂ ਦਾ ਕੀ ਹੈ, ਜੇ ਬਹੁਤਾ ਖਰਚਾ ਕਰਕੇ ਕਰਜ਼ਾ ਚੜ੍ਹਾ ਲਿਆ ਲੋਕ ਤਾਂ ਫਿਰ ਵੀ ਗੱਲਾਂ ਕਰਨਗੇ। ਸਿਆਣਿਆਂ ਨੇ ਐਵੇਂ ਨਹੀਂ ਕਿਹਾ ਕਿ ਆਰੀ ਨੂੰ ਇੱਕ ਪਾਸੇ ਦੰਦੇ, ਜਹਾਨ ਨੂੰ ਦੋਨੇ ਪਾਸੇ। ਇੱਕ ਚੁੱਪ 100 ਸੁੱਖ। ਅਗਲੀ ਅਖੌਤ ਹੈ ਇੱਕ ਚੁੱਪ 100 ਸੁੱਖ। ਇਹਦਾ ਮਤਲਬ ਇਹ ਹੈ ਕਿ ਜੇ ਤੁਸੀਂ ਕਿਸੇ ਝਗੜੇ ਵਿੱਚ ਪੈਣ ਨਾਲੋਂ ਚੁੱਪ ਰਹਿੰਦੇ ਹੋ ਤਾਂ ਇਹਦੇ ਤੁਹਾਨੂੰ ਜ਼ਿਆਦਾ ਫਾਇਦੇ ਹੁੰਦੇ ਆ। ਸੋ ਇਹਨੂੰ ਅਖੌਤ ਨੂੰ ਵਰਤ ਕਿਵੇਂ ਸਕਦੇ ਹਾਂ ਬੇਟਾ। ਸਿਮਰ ਦੀ ਸਹੇਲੀ ਦਿਲਪ੍ਰੀਤ ਗੁੱਸੇ ਵਿੱਚ ਉਸ ਨੂੰ ਬਹੁਤ ਬੁਰਾ ਭਲਾ ਬੋਲੀ, ਪਰ ਸਿਮਰ ਚੁੱਪ ਰਹੀ। ਉਹਦੇ ਜਾਣ ਤੋਂ ਬਾਅਦ ਸਿਮਰ ਦੇ ਮਾਤਾ ਜੀ ਨੇ ਉਹਨੂੰ ਕਿਹਾ, ਸਿਮਰ ਤੂੰ ਚੁੱਪ ਰਹਿ ਕੇ ਬਹੁਤ ਚੰਗਾ ਕੀਤਾ। ਆਖੇ ਇੱਕ ਚੁੱਪ 100 ਸੁੱਖ। ਜੇ ਉਹ ਵੀ ਅੱਗੋਂ ਬੋਲਦੀ ਤਾਂ ਦੋਵਾਂ ਵਿੱਚ ਲੜਾਈ ਪੈ ਜਾਣੀ ਸੀ। ਅਗਲੀ ਅਖੌਤ ਹੈ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਜਾਣੀ ਜੇਕਰ ਤੁਸੀਂ ਚੰਗੇ ਮਾਰਗ 'ਤੇ ਚੰਗੇ ਰਾਹ 'ਤੇ ਚੱਲਦੇ ਹੋ ਤਾਂ ਦੁਨੀਆ ਵੀ ਤੁਹਾਡੀ ਇਸ ਗੱਲ ਦੀ ਵਡਿਆਈ ਕਰਦੀ ਹੈ। ਸਾਡੇ ਪਿੰਡ ਦੇ ਪੜ੍ਹੇ ਲਿਖੇ ਸੂਝਵਾਨ ਸਰਪੰਚ ਨੇ ਗਲੀਆਂ ਪੱਕੀਆਂ ਕਰਵਾ ਕੇ ਗੰਦੇ ਪਾਣੀ ਦੇ ਨਿਕਾਸ ਦਾ ਯੋਗ ਪ੍ਰਬੰਧ ਕਰਕੇ ਪਿੰਡ ਦੀ ਕਾਇਆ ਕਲਪ ਕਰ ਦਿੱਤੀ। ਉਹ ਸਮੇਂ-ਸਮੇਂ ਡਾਕਟਰੀ ਸਹਾਇਤਾ ਕੈਂਪ ਵੀ ਲਗਾਉਂਦਾ ਰਹਿੰਦਾ। ਉਸ ਦੇ ਕੀਤੇ ਕੰਮਾਂ ਨੂੰ ਵੇਖ ਕੇ ਹਰ ਕੋਈ ਉਹਦੀ ਪ੍ਰਸ਼ੰਸਾ ਕਰਦਾ ਹੈ। ਠੀਕ ਹੀ ਗੱਲ ਹੈ ਕਿ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਅਗਲੀ ਅਖੌਤ ਹੈ ਸਵੈ ਭਰੋਸਾ ਵੱਡਾ ਤੋਸਾ। ਸਵੈ ਭਰੋਸੇ ਤੋਂ ਵੱਡੀ ਚੀਜ਼ ਕੋਈ ਨਹੀਂ ਹੈ। ਜੇ ਤੁਹਾਨੂੰ ਆਪਣੇ ਆਪ ਉੱਤੇ ਭਰੋਸਾ ਹੈ ਤਾਂ ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਹੈ। ਨਵਰੀਤ ਨੇ PCS ਦੀ ਮੁੱਖ ਪ੍ਰੀਖਿਆ ਪਾਸ ਕਰ ਲਈ, ਪਰ ਜਦੋਂ ਇੰਟਰਵਿਊ ਆਈ ਤਾਂ ਉਹ ਘਬਰਾ ਰਹੀ ਸੀ। ਤਾਂ ਉਹਦੀ ਮਾਤਾ ਜੀ ਨੇ ਕਿਹਾ, ਤੂੰ ਬਹੁਤ ਮਿਹਨਤ ਕੀਤੀ ਹੈ, ਤੇਰੀ ਇੰਟਰਵਿਊ ਵੀ ਵਧੀਆ ਹੋਵੇਗੀ, ਪਰ ਉੱਥੇ ਤੂੰ ਆਪਣਾ ਆਤਮ ਵਿਸ਼ਵਾਸ ਕਾਇਮ ਰੱਖੀ, ਕਿਉਂਕਿ ਸਿਆਣਿਆਂ ਨੇ ਕਿਹਾ ਸਵੈ ਭਰੋਸਾ ਵੱਡਾ ਤੋਸਾ। ਅਗਲੀ ਅਖੌਤ ਸਾਰਾ ਜਾਂਦਾ ਵੇਖੀਏ ਅੱਧਾ ਦਈਏ ਵੰਡ। ਇਹ ਅਖੌਤ ਉਦੋਂ ਵਰਤੀ ਜਾਂਦੀ ਹੈ ਜਦੋਂ ਥੋੜ੍ਹਾ ਨੁਕਸਾਨ ਕਰਾ ਕੇ ਬਹੁਤਾ ਧਨ ਬਚਾਇਆ ਜਾ ਸਕਦਾ ਹੋਵੇ। ਪ੍ਰਤਾਪ ਸਿੰਘ ਨੰਬਰਦਾਰ ਦੀ ਕੁਝ ਜ਼ਮੀਨ ਸੀਲਿੰਗ ਵਿੱਚ ਆਉਣ ਕਾਰਨ ਉਸ ਪਾਸੋਂ ਖੁਸ਼ ਰਹੀ ਸੀ। ਉਸ ਨੇ ਇਹ ਸੋਚਦਿਆਂ ਕੁਝ ਜ਼ਮੀਨ ਸਕੂਲ ਨੂੰ ਦੇ ਦਿੱਤੀ ਕਿ ਸਾਰਾ ਜਾਂਦਾ ਵੇਖੀਏ ਅੱਧਾ ਦਈਏ ਵੰਡ। ਅਗਲੀ ਅਖੌਤ ਸ਼ੇਰ ਦੁੱਧ ਤੇ 20 ਸਿਰ ਪਾਣੀ, ਘੁੰਮਰ ਘੁੰਮਰ ਫਿਰੇ ਵਧਾਣੀ। ਘਟੀਆ ਚੀਜ਼ ਦਾ ਮਾਣ ਬਹੁਤਾ ਨਾਂਗ ਨਹੀਂ ਕਰਨਾ ਚਾਹੀਦਾ। ਜਦੋਂ ਕੋਈ ਬੰਦਾ ਘਟੀਆ ਚੀਜ਼ ਦਾ ਮਾਣ ਬਹੁਤਾ ਕਰੇ। ਰਾਣੀ ਆਪਣੇ ਅਮਰੀਕਾ ਗਏ ਪੁੱਤਰ ਦੀਆਂ ਤੇ ਉਸ ਦੀ ਚੰਗੀ ਤਨਖਾਹ ਦੀਆਂ ਸਿਫਤਾਂ ਕਰਕੇ ਚਲੀ ਗਈ ਤਾਂ ਉਹਦੀ ਦੂਜੀ ਗਵਾਂਢਣ ਨੂੰ ਕਹਿਣ ਲੱਗੀ, ਲੈ ਵੇਖ ਸ਼ੇਰ ਦੁੱਧ ਤੇ 20 ਸਿਰ ਪਾਣੀ, ਘੁੰਮਰ ਘੁੰਮਰ ਫਿਰੇ ਮਧਾਣੀ। ਜਿਵੇਂ ਕਿਸੇ ਨੂੰ ਪਤਾ ਹੀ ਨਹੀਂ ਕਿ ਇਹਦਾ ਮੁੰਡਾ ਤਾਂ ਉੱਥੇ ਕਿਸੇ ਹੋਟਲ ਵਿੱਚ ਸਫਾਈ ਦਾ ਕੰਮ ਕਰਦਾ। ਅਗਲੀ ਅਖੌਤ ਹੱਥ ਨੂੰ ਹੱਥ ਧੋਂਦਾ ਹੈ। ਆਪਸੀ ਸਹਿਯੋਗ ਦੀ ਸਿੱਖਿਆ ਦੇਣ ਲਈ ਇਹ ਅਖੌਤ ਜਿਹੜੀ ਆ ਵਰਤੀ ਜਾਂਦੀ ਹੈ। ਗਿਆਨੀ ਜੀ ਨੇ ਆਨੰਦ ਕਾਰਜ ਸਮੇਂ ਨਵੀਂ ਵਿਆਹੀ ਜੋੜੀ ਨੂੰ ਸਿੱਖਿਆ ਦਿੰਦਿਆਂ ਕਿਹਾ, ਬੱਚਿਓ ਤੁਸੀਂ ਧਿਆਨ ਰੱਖਣਾ, ਪਤੀ ਪਤਨੀ ਵਿੱਚੋਂ ਕੋਈ ਵੀ ਦੁਖੀ ਹੋਵੇ ਤਾਂ ਇਕੱਲੇ ਖੁਸ਼ ਨਹੀਂ ਰਹਿ ਸਕੋਗੇ। ਜੇ ਤੁਸੀਂ ਦੋਵੇਂ ਇੱਕ ਦੂਜੇ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੋਗੇ ਤਾਂ ਹੀ ਖੁਸ਼ ਰਹੋਗੇ। ਇਹ ਜ਼ਿੰਦਗੀ ਦੀ ਅਟੱਲ ਸਚਾਈ ਹੈ ਕਿ ਹੱਥ ਨੂੰ ਹੱਥ ਧੋਂਦਾ ਹੈ। ਅਗਲੀ ਅਖੌਤ ਬੇਟਾ ਸੰਗ ਤਾਰੇ ਕੁਸੰਗ ਡੋਬੇ। ਇਹ ਅਖਾਣ ਚੰਗੀ ਜਾਂ ਬੁਰੀ ਸੰਗਤ ਦਾ ਅਸਰ ਦਰਸਾਉਣ ਲਈ ਵਰਤੀ ਜਾਂਦੀ ਹੈ। ਜਦੋਂ ਇਹ ਦੱਸਣਾ ਹੋਵੇ ਕਿ ਚੰਗੀ ਸੰਗਤ ਦਾ ਪ੍ਰਭਾਵ ਕੀ ਪੈਂਦਾ, ਮਾੜੀ ਸੰਗਤ ਦਾ ਪ੍ਰਭਾਵ ਕੀ ਪੈਂਦਾ ਹੈ, ਉਦੋਂ ਇਹ ਅਖੌਤ ਵਰਤੀ ਜਾਂਦੀ ਹੈ। ਖੁਸ਼ਪ੍ਰੀਤ ਹਮੇਸ਼ਾ ਵਧੀਆ ਅੰਕ ਪ੍ਰਾਪਤ ਕਰਦਾ ਸੀ, ਪਰ 11ਵੀਂ ਸ਼੍ਰੇਣੀ ਵਿੱਚ ਉਹ ਮੁਸ਼ਕਲ ਨਾਲ ਪਾਸ ਹੋਇਆ। ਖੁਸ਼ਪ੍ਰੀਤ ਵਧੀਆ ਬੱਚਾ ਹੈ, ਪਰ ਉਸ ਦੇ ਮਾਪਿਆਂ ਨੂੰ ਨਤੀਜਾ ਦੱਸਦੇ ਹੋਏ ਅਧਿਆਪਕ ਨੇ ਕਿਹਾ ਕਿ ਇਸ ਸਾਲ ਉਸ ਦੀ ਸੰਗਤ ਚੰਗੀ ਨਹੀਂ ਸੀ। ਉਸ ਨੂੰ ਸਮਝਾਓ ਅਤੇ ਚੰਗੇ ਬੱਚਿਆਂ ਦੀ ਸੰਗਤ ਕਰਨ ਦੀ ਪ੍ਰੇਰਨਾ ਦਿਓ, ਕਿਉਂਕਿ ਸਿਆਣਿਆਂ ਦਾ ਕਥਨ ਹੈ ਸੰਗ ਤਾਰੇ
ਕਸੰਗ ਡੋਬੇ। ਸੋ ਪਿਆਰੇ ਵਿਦਿਆਰਥੀਓ, ਇਹ ਆਪਾਂ ਅੱਜ 15 ਮੁਹਾਵਰੇ ਕੀਤੇ, ਅਖੌਤਾਂ ਕੀਤੀਆਂ। ਅਗਲੀ ਕਲਾਸ ਲੈ ਕੇ ਆਪਾਂ ਫੇਰ ਹਾਜ਼ਰ ਹੋਵਾਂਗੇ। ਅਗਲੀ ਕਲਾਸ ਵਿੱਚ ਆਪਾਂ ਫੇਰ ਅਖੌਤਾਂ ਬਾਰੇ ਜ਼ਿਕਰ ਕਰਾਂਗੇ। ਅੱਜ ਦੀ ਕਲਾਸ ਵਿੱਚ ਆਪਾਂ ਅਖੌਤਾਂ ਬਾਰੇ ਜ਼ਿਕਰ ਜੋ ਕੀਤਾ ਹੈ ਕਿ ਅਖੌਤਾਂ ਦਾ ਸਾਡੇ ਜੀਵਨ ਵਿੱਚ ਮਹੱਤਵ ਕੀ ਹੈ, ਕਿਵੇਂ ਇਹ ਸਾਡੇ ਪੂਰਵਜਾਂ ਦਾ ਅਨੁਭਵ ਨੇ, ਕਿਵੇਂ ਇਹ ਕਿਸੇ ਭਾਸ਼ਾ ਦਾ ਬਹੁਤ ਅਮੀਰ ਖਜ਼ਾਨਾ ਹੁੰਦੀਆਂ, ਇਹਨਾਂ ਬਾਰੇ ਆਪਾਂ ਗੱਲ ਕੀਤੀ ਹੈ ਬੇਟਾ। ਅਤੇ 15 ਅਖੌਤਾਂ ਆਪਾਂ ਪੜ੍ਹੀਆਂ। ਮੈਨੂੰ ਉਮੀਦ ਹੈ ਕਿ ਬਹੁਤ ਸਾਰੀ ਗੱਲ ਜਿਹੜੀ ਬੇਟਾ ਤੁਹਾਨੂੰ ਇਹਦੇ 'ਚੋਂ ਸਮਝ ਆਈ ਹੋਵੇਗੀ। ਸੋ ਜੇ ਨਹੀਂ ਸਮਝ ਆਈ ਬੇਟਾ, ਇੱਕ ਵਾਰੀ ਇਸ ਲੈਕਚਰ ਨੂੰ ਦੁਬਾਰਾ ਸੁਣੋ। ਸਾਰੇ ਵਿਦਿਆਰਥੀਆਂ ਨੇ ਧਿਆਨ ਨਾਲ ਸੁਣਿਆ। ਜੇ ਬੇਟਾ ਕਿਸੇ ਵਿਦਿਆਰਥੀ ਦੀ ਕੋਈ ਪ੍ਰੋਬਲਮ ਹੁੰਦੀ ਹੈ, ਕਿਸੇ ਅਖੌਤ ਨੂੰ ਸਮਝ ਨਹੀਂ ਆਇਆ ਹੁੰਦਾ, ਤਾਂ ਬੇਟਾ ਤੁਸੀਂ ਕਮੈਂਟ ਕਰ ਸਕਦੇ ਹੋ, ਪੁੱਛ ਸਕਦੇ ਹੋ, ਤੁਹਾਨੂੰ ਜਵਾਬ ਦਿੱਤਾ ਜਾਵੇਗਾ। ਅਗਲੀ ਕਲਾਸ ਲੈ ਕੇ ਬੇਟਾ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਰੇ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।